ਵਾਹਿਗੁਰੂ ਸਾਹਿਬ ਜੀ। ਹੋਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣ ਆਏ ਜਿਉ। ਮੈਂ ਆਸਾ ਰੱਖੀ ਚਿੱਤ ਮੈਂ ਆਸਾ ਰੱਖੀ ਚਿੱਤ ਮੇਰਾ ਸਭੋ ਦੁੱਖ ਗਵਾਏ ਜਿਉ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਬਰਾਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨ ਪਰਿਆ ਰੇ। ਬਹੁਤ ਜਨਮ ਬਿਸਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਦੀ ਦਾਤ ਸਾਨੂੰ ਬਖਸ਼ੀ ਹੈ ਉਸ ਪਾਕ ਪਰਵਤਗਾਰ ਵਾਹਿਗੁਰੂ ਨੇ। ਸੋ ਆਓ ਆਪਾਂ ਇਹਦਾ ਲਾਹਾ ਖੱਟੀਏ ਜੀ। ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਮਰਦਾਸ ਜੀ ਮਹਾਰਾਜ, ਤੀਸਰੇ ਗੁਰੂ ਨਾਨਕ ਜੀ, ਉਹਨਾਂ ਦੀ ਰਚਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਸੋਰਠ ਦੀ ਵਾਰ ਦਾ ਇੱਕ ਸ਼ਲੋਕ ਹੈ। ਉਹਦੇ ਨਾਲ ਇੱਕ ਹੋਰ ਸ਼ਲੋਕ ਤੇ ਇੱਕ ਪੌੜੀ ਹੈ। 651 ਅੰਗ ਤੋਂ ਆਰੰਭ ਹੋ ਕੇ 652 ਅੰਗ ਤੇ ਇਸ ਦੀ ਸੰਪੂਰਨਤਾ ਹੁੰਦੀ ਹੈ ਇਸ ਸ਼ਬਦ ਦੀ। ਗੁਰੂ ਅਮਰਦਾਸ ਜੀ ਆਪ ਖੁਦ ਬਿਰਧ ਅਵਸਥਾ ਤੱਕ ਬੰਦਗੀ ਕਰਦੇ ਰਹੇ। ਹਮੇਸ਼ਾ ਹੀ ਉਹਨਾਂ ਨੇ ਸਾਨੂੰ, ਸਾਡੇ ਜੀਵਨ ਨੂੰ ਜੋ 84 ਦਾ ਚੱਕਰ ਹੈ, ਗੇੜ ਹੈ ਜੋ, ਉਹਦੇ ਵਿੱਚੋਂ ਗੋਲ ਚੱਕਰ 'ਚੋਂ ਕੱਢਣ ਲਈ ਬੌਲੀ ਸਾਹਿਬ ਦਾ ਨਿਰਮਾਣ ਵੀ ਕਰਵਾਇਆ, ਗੋਇੰਦਵਾਲ ਸਾਹਿਬ ਵੀ ਵਸਾਇਆ ਤੇ ਗੁਰਮੁਖੀ ਦਾ ਅੱਗੇ ਪ੍ਰਸਾਰ ਵੀ ਕੀਤਾ। ਅਕਬਰ ਬਾਦਸ਼ਾਹ ਨੂੰ ਵੀ ਨਿਹਾਲ ਕੀਤਾ, ਉਹਨੂੰ ਵੀ ਚੰਗੇ ਪਾਸੇ ਭਲੇ ਦੇ ਕੰਮ ਕਰਨ ਲਈ ਪ੍ਰੇਰਿਆ। ਹੋਰ ਵੀ ਕਈ ਕਾਰਜ, ਪਰਦਾ ਪ੍ਰਥਾ ਇਹ ਵਗੈਰਾ ਸਭ ਜੋ ਦਾਜ ਪ੍ਰਥਾ, ਇਹਨਾਂ ਦਾ ਮਹਾਰਾਜ ਨੇ ਖੰਡਨ ਕੀਤਾ। ਸਤੀ ਪ੍ਰਥਾ, ਦੁਨੀਆ ਵਿੱਚ ਜੋ ਮਾੜੇ ਕਰਮ ਹੋ ਰਹੇ ਸੀ ਸਭ ਨੂੰ ਪਾਤਸ਼ਾਹ ਜੀ ਨੇ ਰੋਕਿਆ ਹੈ ਆਪਣੇ ਬਚਨਾਂ ਦੁਆਰਾ, ਬਾਣੀ ਦੁਆਰਾ। ਐਸੇ ਸਾਹਿਬ ਦਾ ਹੀ ਅੱਜ ਹੁਕਮਨਾਮਾ ਆਇਆ ਹੈ। ਫਰਮਾਇਆ ਹੈ ਸ਼ਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਊਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ,
ਕਾਲੈ ਕਾ ਕਿਛ ਨਾ ਵਸਾਏ। ਹਰ ਸੇਤੀ ਮਨ ਰਵ ਰਹਿਆ, ਸੱਚੇ ਰਹਾ ਸਮਾਏ। ਨਾਨਕ ਹਉ ਬਲਿਹਾਰੀ ਤੈਨ ਕੋ, ਜੋ ਚੱਲਣ ਸਤਿਗੁਰ ਪਾਏ। ਗੁਰੂ ਅਮਰਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਕਹਿੰਦੇ ਨੇ ਜੋ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸੁੱਖ ਮਿਲਦਾ ਹੈ, ਆਨੰਦ ਮਿਲਦਾ, ਵਿਗਾਸ ਮਿਲਦਾ। ਉਹ ਸੁੱਖ ਉਹ ਇਹੋ ਜਿਹਾ ਹੈ ਜਿਹੜਾ ਕਦੇ ਦੁੱਖ 'ਚ ਨਹੀਂ ਤਬਦੀਲ ਹੁੰਦਾ ਮੁੜ ਕੇ। ਆਮ ਆਪਾਂ ਦੇਖਦੇ ਹਾਂ ਦੁਨੀਆ ਦੇ ਜਿੰਨੇ ਸੁੱਖ ਨੇ ਇਹ ਸਾਰੇ ਹੀ ਦੁੱਖ 'ਚ ਬਦਲ ਜਾਂਦੇ ਨੇ, ਖੁਸ਼ੀਆਂ ਗਮੀਆਂ 'ਚ ਬਦਲ ਜਾਂਦੀਆਂ ਨੇ। ਫੁੱਲ ਦਾ ਖਿੜਨਾ ਵੀ ਆ ਨਾ, ਇਹ ਵੀ ਇੱਕ ਦਿਨ ਮੁਰਝਾ ਜਾਂਦਾ ਹੈ। फूलों को मैंने खिलते और बिखरते दोनों देखा है, कैसे कह दूं उपमन तेरा बनवास बना रह पाएगा। सपनों को मैंने बनते और टूटते दोनों देखा है, कैसे कह दूं हर सुपन तुम्हारा पूरा ही हो जाएगा। गागर को मैंने भरते और फूटते दोनों देखा है, कैसे कह दूं ये कलश तुम्हारा सदा भरा रह पाएगा। सूरज को मैंने चढ़ते और उतरते दोनों देखा है, कैसे कह दूं अभिमान तुम्हारा तुम्हें अमर कर पाएगा। शायर एक बहुत सोहनी गल कह रहा है, महापुरुषों के ये बचन ने कि सूरज भी चढ़दा ते छिप जांदा शामी, फुੱਲ भी खिड़दा मुरझा जांदा समा पाके। खुशियां गमियां ये सब तन दे गहने ने, सदा ही बंदे ने पिंडे ते हंडाए ने। पर गुरु अमरदास जी कहंदे एक एहो जी सेवा है जे आपां ओह करदे हां फिर बंदे नूं कदे भी सुख मिलिया होया दुख च नहीं बदलेगा। जम्मण मरना मिट गया, काले का किछ ना बसाए। ये किमें हो जाएगा गुरु महाराज कि सुख कदे दुख च ना बदले, खुशी कदे गमी च ना बदले, हासा कदे रोण च ना बदले, दिन कदे रात च ना बदले। गुरु साहब जी कहते गुरु अमरदास जी ये उदों हुंदा जदों बंदे दा जम्मण ते मरण मिट जाता है। जम्मण मरना मिट गया, काले का किछ ना बसाए। जन्म होना ही दुख आ। एक जन्म दे विच कोई दुख नहीं हुंदा, जिंदगी विच कोई दुख नहीं हुंदा। जन्म होना ही दुख होना है, पीड़ा है। ऋषि मुनि जिहड़े पुरातन सन, सनातन धर्म वाले महात्मा बुद्ध वर्गे गुरु महाराज भी जन्म होण नूं कहंदे ने ये बच्चे का जन्म नहीं होया, दुख दा ही जन्म हो गया। बच्चे का जन्म नहीं होया, दुख दा ही जन्म होया। हुण ये रोया है, फिर इन्हें वड्डा होना, आसां उम्मीदां इन्हें लाउणियां ने, विकारां दे विच फसना है ते फिर इन्हें बहुत रोना। ये पीड़ा इनूं रहणी होईयां। शरीर का दर्द अलग चीज़ आ, मन की पीड़ा होर चीज़ आ, आत्मा की पीड़ा होर चीज़ आ। इन्ने संताप इनूं हंडाउणे पैणे ने तां ये बच्चे का जन्म नहीं होया, ये एक दुखदाई जन्म होया। इस करके जम्मण मरना ही वड्डा दुख आ। बार बार जन्म होना, बार बार मर जाना, इदों वड्डा दुख बाणी कोई नहीं मानती हैगी। ਤਾਂ ਉਹ ਮਿਟ ਜਾਂਦਾ ਹੈ ਗੁਰੂ ਦੀ ਸੇਵਾ ਦੁਆਰਾ ਹੀ। ਬਹੁਤ ਜਨਮ ਬਿਸ਼ਰੇ ਥੇ ਮਾਧੋ, हे ਰੱਬ ਜੀ ਬੜੇ ਜਨਮਾਂ ਦਾ ਮੈਂ ਤੇਰੇ ਤੋਂ ਵਿਛੜਿਆ ਸਾਂ, ਪਰ ਇਹੋ ਜਨਮ ਤੁਮਾਰੇ ਲੇਖੇ। ਪਰ ਆਹ ਵਾਲੀ ਜ਼ਿੰਦਗੀ ਜਿਹੜੀ ਇਸ ਵਾਰ ਮੈਨੂੰ ਮਿਲੀ ਆ ਇਹ ਮੈਂ ਤੁਹਾਡੇ ਲੇਖੇ ਲਾਉਣੀ ਆ। ਜਿਹੜੇ ਇੱਦਾਂ ਕਹਿੰਦੇ ਨੇ, ਇੱਦਾਂ ਗੁਰੂ ਦੀ ਸੇਵਾ ਕਰਦੇ ਨੇ,
ਉਹਨਾਂ ਨੂੰ ਇੱਕ ਖੁਸ਼ੀ ਮਿਲਦੀ ਆ, ਕਿਹੜੀ ਉਹ ਵਾਰ-ਵਾਰ ਜੰਮਦੇ ਨਹੀਂ, ਵਾਰ-ਵਾਰ ਉਹਨਾਂ ਦਾ ਮਰਨ ਨਹੀਂ ਹੁੰਦਾ। ਇਸ ਕਰਕੇ ਕਾਲੇ ਕਾ ਕਿਛ ਨਾ ਵਸਾਏ, ਮੌਤ ਉਹਨਾਂ ਨੂੰ ਕੁਝ ਕਰ ਹੀ ਨਹੀਂ ਸਕਦੀ। ਗੁਰਮੁਖਾਂ ਨੂੰ ਉਹ ਜਨਮ ਮਰਨ ਤੋਂ ਉੱਪਰ ਹੋ ਜਾਂਦੇ ਨੇ। ਹਰ ਸੇਤੀ ਮਨ ਰਵ ਰਹਿਆ, ਸੱਚੇ ਰਿਹਾ ਸਮਾਏ। ਨਾਨਕ ਹਉ ਬਲਿਹਾਰੀ ਤੈਨ ਕੋ, ਜੋ ਚੱਲਣ ਸਤਿਗੁਰ ਭਾਏ। ਗੁਰੂ ਅਮਰਦਾਸ ਜੀ ਕਹਿੰਦੇ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਤੁਰ ਪੈਂਦੇ ਨੇ, ਚੱਲ ਪੈਂਦੇ ਨੇ ਅਤੇ ਚਲਦੇ ਚਲਦੇ ਪਹੁੰਚ ਜਾਂਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ, ਬਹੁਤ ਸੰਗਤਾਂ ਆਈਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀ ਬਜ਼ੁਰਗ ਅਵਸਥਾ ਵਿੱਚ ਨੇ। ਕਹਿਣ ਲੱਗੇ ਆ ਕੇ ਸੇਵਾਦਾਰ, ਮਹਾਰਾਜ ਵਕਤ ਦਾ ਹੁਕਮਰਾਨ ਆ ਗਿਆ, ਅਕਬਰ ਆਇਆ ਹੈ, ਬਾਦਸ਼ਾਹ ਅਕਬਰ ਆਇਆ ਹੈ ਜੀ। ਗੁਰੂ ਸਾਹਿਬ ਕਹਿੰਦੇ, ਸਾਡੇ ਦਿਲ ਦੇ ਵਿੱਚ ਸਾਰਿਆਂ ਦੀ ਜਗ੍ਹਾ ਇੱਕੋ ਹੀ ਆ, ਰਾਜਾ ਵੀ, ਪ੍ਰਜਾ ਵੀ, ਅਮੀਰ ਵੀ, ਗਰੀਬ ਵੀ। ਪਹਿਲਾਂ ਬਾਦਸ਼ਾਹ ਨੂੰ ਕਹੋ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ, ਫਿਰ ਸੰਗਤ ਹੋਵੇਗੀ। ਇਹ ਰੀਤ ਗੁਰੂ ਅਮਰਦਾਸ ਜੀ ਨੇ ਚਲਾਈ। ਕਹਿੰਦੇ ਸੀ, ਪਹਿਲਾਂ ਪੰਗਤ ਪਾਛੈ ਸੰਗਤ। ਪਹਿਲਾਂ ਅਕਬਰ ਬਾਦਸ਼ਾਹ ਸਬੂਤ ਦੇਵੇ, ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ ਕਿ ਵਾਕਈ ਮੇਰੇ ਦਿਲ ਦੇ ਵਿੱਚ ਕੋਈ ਊਚ ਨੀਚ ਦਾ ਭੇਦਭਾਵ ਨਹੀਂ। ਗਰੀਬਾਂ ਵਿੱਚ ਬਹਿ ਕੇ ਪੰਗਤ ਵਿੱਚ ਪ੍ਰਸ਼ਾਦਾ ਛਕਿਆ, ਅਕਬਰ ਬਾਦਸ਼ਾਹ ਬਹੁਤ ਖੁਸ਼ ਹੋਇਆ। ਬਹੁਤ ਜ਼ਿਆਦਾ ਉਹਨੂੰ ਭੋਜਨ ਜਿਹੜਾ ਸੀ, ਪ੍ਰਸ਼ਾਦਾ ਸੀ, ਦਾਲਾ ਬਣਿਆ ਹੋਇਆ ਸੀ, ਅਤੇ ਉਹ ਇੰਨਾ ਸਵਾਦ ਲੱਗਾ। ਕਹਿਣ ਲੱਗਾ ਆਪਦੇ ਵਜ਼ੀਰਾਂ ਨੂੰ, ਆਪਣੇ ਮਹਿਲਾਂ ਵਿੱਚ ਕਿੰਨੀਆਂ ਚੀਜ਼ਾਂ ਬਣਦੀਆਂ ਨੇ, ਪਰ ਇੰਨੀ ਸਵਾਦ ਦਾਲ ਪ੍ਰਸ਼ਾਦਾ ਮੈਂ ਅੱਜ ਤੱਕ ਨਹੀਂ ਛਕ ਪਾਇਆ। ਇਹਦੇ ਵਿੱਚ ਕੋਈ ਅਗੰਮੀ ਰਸ ਆ। ਗੁਰੂ ਅਮਰਦਾਸ ਜੀ ਮਹਾਰਾਜ ਦੇ ਲੰਗਰਾਂ ਦੇ ਵਿੱਚ ਜੋ ਉਹਨੇ ਛਕਿਆ, ਬਾਦਸ਼ਾਹ ਨੇ ਦਾ ਇਹਦੇ ਵਿੱਚ ਅਜਬ ਤਰ੍ਹਾਂ ਦਾ ਕੋਈ ਰਸ ਆ, ਇਹ ਮੈਂ ਆਪਣੇ ਮਹਿਲਾਂ 'ਚ ਨਹੀਂ ਪਾਇਆ। ਨਾਲੇ 36 ਪ੍ਰਕਾਰ ਦੇ ਭੋਜਨ ਹੁੰਦੇ ਨੇ, ਇਹ ਬਿਲਕੁਲ ਸਾਦਾ ਹੈ। ਇੱਦਾਂ ਉਹਦੇ ਮੁਖ ਤੋਂ ਨਿਕਲਿਆ, ਇਤਨਾ ਰਸ, ਇਤਨਾ ਰਸ। ਫਿਰ ਆਇਆ ਗੁਰੂ ਮਹਾਰਾਜ ਦੇ ਪਾਸ, ਨਮਸਕਾਰ ਕੀਤੀ ਆ। ਤੀਸਰੇ ਗੁਰੂ ਨਾਨਕ ਜਾਣਿਆ ਸਜਦਾ ਕੀਤਾ। ਕਹਿਣ ਲੱਗਾ, ਗੁਰੂ ਮਹਾਰਾਜ ਜੀ ਇਤਨਾ ਸਵਾਦ ਪ੍ਰਸ਼ਾਦਾ, ਦੱਸੋ ਅਸੀਂ ਕੀ ਦੇ ਦਈਏ ਗੁਰੂ ਕੇ ਲੰਗਰਾਂ ਵਾਸਤੇ। ਇੱਕ ਪੱਟੇ 'ਤੇ ਕਈ ਪਿੰਡ ਲਿਖ ਕੇ ਗੁਰੂ ਮਹਾਰਾਜ ਦੇ ਨਾਂ ਕਰ ਦਿੱਤੇ, ਗੁਰੂ ਅਮਰਦਾਸ ਜੀ ਦੇ। ਕਹਿਣ ਲੱਗਾ, ਜੀ ਇਹਦੇ ਮਾਮਲੇ ਦੇ ਨਾਲ ਅਤੇ ਆਹ ਜ਼ਮੀਨ ਮੈਂ ਤੁਹਾਨੂੰ ਦੇ ਦਿੰਦਾ, ਉਹਦਾ ਮਾਮਲਾ ਆਇਆ ਕਰੇਗਾ ਅਤੇ ਉਹਦੇ ਨਾਲ ਤੁਸੀਂ ਇਹ ਲੰਗਰ ਚਲਾਇਓ। ਗੁਰੂ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਅਕਬਰ ਬਾਦਸ਼ਾਹ ਜੀ ਪ੍ਰਸ਼ਾਦਾ ਫਿਰ ਵੀ ਬਣ ਜਾਏਗਾ, ਪਰ ਆਹ ਰਸ ਨਹੀਂ ਰਹਿਣਾ ਜੋ ਹੁਣ ਆਉਂਦਾ ਹੈ। ਮਾਮਲੇ ਦੇ ਨਾਲ ਉਹ ਜਿਹੜੀ ਪੈਲੀ ਦਾ ਤੁਹਾਡੇ ਵੱਲੋਂ ਭੇਜਿਆ ਹੋਇਆ ਪੈਸਾ ਆਵੇਗਾ, ਚਲਾ ਦਿਆਂਗੇ ਲੰਗਰ ਤਾਂ, ਪਰ ਫਿਰ ਤੁਸੀਂ ਕਹੋਗੇ ਰਸ ਆਉਣਾ ਬੰਦ ਹੋ ਗਿਆ। ਇਹ ਤਾਂ ਸੰਗਤ ਲੈ ਕੇ ਆਉਂਦੀ ਆ ਪਿਆਰ ਦੇ ਨਾਲ। ਕੋਈ ਕੌਲੀ ਜਿਹਦੀ ਸਮਰੱਥਾ ਵੱਧ ਆ, ਉਹ ਇੱਕ ਬੋਰੀ ਦੇ ਦਾਣੇ, ਅਨਾਜ ਦੇ ਦਾਣੇ, ਕੋਈ ਜਿਤਨੇ ਕੁ ਜੋਗਾ ਹੈ ਉਹਨਾਂ ਉਹ ਲੈ ਕੇ ਆਉਂਦਾ ਜੱਥਾ ਸ਼ਕਤ। ਅਤੇ ਅਸੀਂ ਪਿਆਰ ਦੇ ਨਾਲ ਉਹਨੂੰ ਬਾਣੀ ਪੜ੍ਹ ਕੇ ਬਣਾਉਂਦੇ ਹਾਂ। ਇਹ ਪਿਆਰ ਹੀ ਆ ਗੁਰੂ ਦਾ, ਜਿਹਦਾ ਇਹਦੇ ਵਿੱਚ ਰਸ ਆ, ਜਿਹੜਾ ਇਹ 'ਚ ਰਸ ਭਰਦਾ, ਜਿਹੜਾ ਤੁਹਾਨੂੰ ਆਇਆ ਫਿਰ ਨਹੀਂ ਆਵੇਗਾ। ਪਰ ਫਿਰ ਵੀ ਅਕਬਰ ਬਾਦਸ਼ਾਹ ਨੇ, ਇਤਿਹਾਸਕਾਰ ਕਹਿੰਦੇ ਨੇ, ਮਹਾਰਾਜ ਨੂੰ ਫਿਰ ਵੀ ਕਈ ਪਿੰਡ, ਬਹੁਤ ਸਾਰੀ ਜ਼ਮੀਨ ਗੁਰੂ ਕੇ ਲੰਗਰਾਂ ਲਈ ਦੇ ਦਿੱਤੀ। ਕਹਿਣ ਲੱਗੇ, ਇਹ ਤੁਛ ਜੀ ਭੇਟਾ ਸਮਝ ਲਓ ਮੇਰੀ, ਗੁਰੂ ਨਾਨਕ ਦੇ ਪਿਆਰ ਵਿੱਚ ਮੈਂ ਦੇ ਕੇ ਚੱਲਿਆ। ਸੋ ਕਹਿਣ ਦਾ ਭਾਵ ਇਹ ਆ, ਗੁਰ ਸੇਵਾ ਤੇ ਸੁਖ ਊਪਜੈ, ਫਿਰ ਦੁੱਖ ਨਾ ਲੱਗੇ ਆਏ। ਬਾਦਸ਼ਾਹ ਬਹੁਤ ਚੰਗੇ ਵੀ ਹੋਏ ਨੇ, ਬਾਦਸ਼ਾਹ ਮੈਲੀ ਮੱਤ ਵਾਲੇ ਵੀ ਹੋਏ ਨੇ,
ਬਾਦਸ਼ਾਹ ਅਕਬਰ ਵੀ ਸੀ, ਮੁਸਲਮਾਨ ਸੀ। ਬਾਦਸ਼ਾਹ ਔਰੰਗਜ਼ੇਬ ਵੀ ਸੀ, ਉਹ ਵੀ ਮੁਸਲਮਾਨ ਸੀ। ਫਰਕ ਬਹੁਤ ਆ ਪਰ ਇਹਨਾਂ 'ਚ ਜ਼ਮੀਨ ਅਸਮਾਨ ਜਿੰਨਾ ਫਰਕ ਆ। ਤਾਂ ਜਿਹੜਾ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਸੇਵਾ ਕਰਦਾ ਹੈ, ਅਸਲ ਸੇਵਾ ਕਰਦਾ ਹੈ, ਸਹੀ ਸੇਵਾ ਤਰੀਕੇ ਨਾਲ ਜੁਗਤ ਨਾਲ ਕਰਦਾ ਹੈ, ਉਹ ਫਿਰ ਜਨਮ ਤੇ ਮਰਨ ਦਾ ਹੁੰਦਾ ਨਹੀਂ ਆ। ਗੁਰੂ ਮਹਾਰਾਜ ਦੀ ਅਸਲ ਸੇਵਾ ਕੀ ਆ? ਗੁਰੂ ਦੇ ਬਚਨ ਨੂੰ ਕਮਾਉਣਾ ਹੀ। ਗੁਰੂ ਸਾਹਿਬ ਜੋ ਕਹਿੰਦੇ ਨੇ, ਜੋ ਗੁਰ ਕਹੈ ਸੋਈ ਭਲ ਮਾਨੂ, ਇਹੀ ਗੁਰੂ ਦੀ ਸੇਵਾ ਹੈ। ਜੇਕਰ ਆਪਾਂ ਗੁਰੂ ਮਹਾਰਾਜ ਨੂੰ ਬਹੁਤ ਚੀਜ਼ਾਂ ਵੀ ਭੇਟਾ ਕਰ ਦਈਏ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਦਾਨ ਦਿੱਤਿਆਂ ਵੀ ਕੋਈ ਬਾਹਲਾ ਨਹੀਂ ਹੋਵੇਗਾ। ਮਹਾਰਾਜ ਕੋਈ ਜ਼ਿਆਦਾ ਨਹੀਂ ਖੁਸ਼ ਹੁੰਦੇ ਜੇ ਉਹਨਾਂ ਦੇ ਬਚਨ ਨਾ ਕਮਾਏ ਜਾਣ। ਨਾ ਤੂੰ ਆਵੇਂ ਵਸ ਕਿਤੈ ਸਿਆਣਪ ਹੈ। ਗੁਰੂ ਨੂੰ ਬਹੁਤੀ ਸਿਆਣਪ ਦੇ ਨਾਲ ਵੀ ਬਸ ਨਹੀਂ ਕੀਤਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਸਤਿਗੁਰੂ ਜੀ ਕਹਿਣ ਲੱਗੇ, ਪਿਆਸ ਲੱਗੀ ਆ, ਵੱਧ ਸਮਝ ਜੋਗੇ ਸਾਨੂੰ ਤੇ ਲੱਗੀ ਆ। ਇੱਕ ਸਿੱਖ ਸੀ, ਬੜਾ ਅਮੀਰ ਸੀ, ਪਾਣੀ ਦਾ ਗਲਾਸ ਲਿਆ ਕੇ ਮਹਾਰਾਜ ਨੂੰ ਪਕੜਾਇਆ, ਕਹਿੰਦਾ ਲਓ ਜੀ ਮਹਾਰਾਜ ਛਕ ਲਓ। ਸਤਿਗੁਰੂ ਜੀ ਨੇ ਦੇਖਿਆ, ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਨਹੀਂ ਛਕ ਨਹੀਂ ਸਕਦੇ। ਕਹਿਣ ਲੱਗੇ ਮਹਾਰਾਜ ਹੁਣੇ ਤਾਂ ਤੁਸੀਂ ਕਿਹਾ ਪਿਆਸ ਲੱਗੀ ਆ ਤੇ ਜਲ ਹਾਜ਼ਰ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਆਹ ਜਿਹੜੇ ਹੱਥ ਨੇ ਮੈਂ ਦੇਖ ਰਿਹਾ, ਜਿਨ੍ਹਾਂ 'ਚ ਪਾਣੀ ਦਾ ਗਲਾਸ ਫੜਿਆ ਹੋਇਆ ਹੈ, ਇਹ ਪਾਣੀ ਵਾਲਾ ਬਰਤਨ ਫੜਿਆ ਹੋਇਆ, ਇਹਨਾਂ ਹੱਥਾਂ ਨੇ ਕਦੇ ਵੀ ਸੇਵਾ ਨਹੀਂ ਕੀਤੀ ਆ। ਇਹਨਾਂ ਹੱਥਾਂ ਨੇ ਮੈਂ ਦੇਖਿਆ, ਇਹਦੀਆਂ ਲਕੀਰਾਂ ਨੇ, ਕਦੇ ਵੀ ਇਹਨਾਂ ਹੱਥਾਂ ਦੇ ਨਾਲ ਕੁਝ ਸੇਵਾ ਨਹੀਂ ਹੋ ਪਾਈ। ਸਾਧੂ ਸੰਤਾਂ ਦੀ, ਕੋਈ ਗੁਰੂ ਦੀ। ਕੌਣ ਹੋ ਤੁਸੀਂ? ਕਹਿਣ ਲੱਗੇ ਮਹਾਰਾਜ ਮੈਂ ਤਾਂ ਆਪ ਜੀ ਦਾ ਸਿੱਖ ਹੀ ਹਾਂ। ਸਤਿਗੁਰ ਕਹਿੰਦੇ ਫਿਰ ਸੇਵਾ ਕਿਉਂ ਨਹੀਂ ਕਰ ਰਹੇ ਹੱਥਾਂ ਨਾਲ? ਕਹਿੰਦੇ ਘਰ ਵਿੱਚ ਇੰਨਾ ਦਿੱਤਾ ਸਭ ਕੁਝ ਤੁਹਾਡਾ, ਨੌਕਰ ਚਾਕਰ ਇਤਨੇ ਆ, ਕਿਸੇ ਕੰਮ ਨੂੰ ਕਰਨ ਦੀ ਮੈਨੂੰ ਲੋੜ ਹੀ ਨਹੀਂ ਪੈਂਦੀ। ਗੁਰੂ ਸਾਹਿਬ ਜੀ ਨੇ ਆਖਿਆ ਸੀ ਉਹ ਕਰਦੇ ਨੇ ਆਪਣੀ ਕਾਰ ਤਨਖਾਹ ਵਾਸਤੇ, ਪੈਸੇ ਕਮਾਉਣ ਵਾਸਤੇ, ਪਰ ਤੁਸਾਂ ਇਹਨਾਂ ਹੱਥਾਂ ਨਾਲ ਕੀ ਕਰਦੇ ਹੋ? ਜੱਦੀ ਪੁਸ਼ਤੀ ਮਿਲੀ ਹੋਈ ਜ਼ਮੀਨ, ਉਹਦੀ ਅਮੀਰੀ ਅਮੀਰੀ ਨਹੀਂ। ਤੁਹਾਡੇ ਕੋਲ ਕੀ ਉਪਜ ਰਿਹਾ? ਤੁਹਾਡੇ ਅੰਦਰੋਂ, ਤੁਹਾਡੇ ਹੱਥਾਂ 'ਚ ਕਿਹੜੀ ਬਰਕਤ ਆ? ਉਹ ਅਸੀਂ ਦੇਖਣੀ। ਫਿਰ ਉਹਨੇ ਉਦੋਂ ਬਾਅਦ ਸਿੱਖ ਨੇ ਸੇਵਾ ਕਰਨੀ ਸ਼ੁਰੂ ਕੀਤੀ ਆ। ਫਿਰ ਮਹਾਰਾਜ ਨੇ ਭਾਵ ਕਿ ਉਹ ਪਾਣੀ ਜਿਹੜਾ ਸੀ ਉਹਦੇ ਹੱਥੋਂ ਸਵੀਕਾਰ ਕੀਤਾ ਸੀ, ਉਹਨੂੰ ਸਮਝਾ ਕੇ ਕਿ ਇਹ ਚੀਜ਼ ਹੱਥਾਂ ਦਾ ਕੰਮ ਹੀ ਇਹ ਹੁੰਦਾ, ਸੇਵਾ ਵਿੱਚ ਜਿਹੜੇ ਜੁਟ ਜਾਣ। ਪਰ ਗੁਰੂ ਮਹਾਰਾਜ ਦੀ ਅਸਲ ਸੇਵਾ ਇਹ ਹੱਥਾਂ ਨਾਲ ਕਰਨ ਤੋਂ ਬਾਅਦ ਹੀ ਸਮਝ ਆਉਂਦੀ ਆ ਕਿ ਤੇਰਾ ਬਚਨ ਮੰਨਣਾ ਹੀ ਗੁਰੂ ਸਹੀ ਅਸਲ ਸੇਵਾ ਹੈ। ਦਾਨ ਕਰਨ ਵਾਲੇ ਵੀ ਦੇਖਿਓ ਲੜ ਪੈਂਦੇ ਨੇ, ਝਗੜ ਪੈਂਦੇ ਨੇ, ਉਹਨਾਂ 'ਚ ਹਉਮੈ ਆ ਜਾਂਦੀ ਆ। ਨਾ ਤੂੰ ਆਵੇਂ ਵਸ ਕਿਤੈ ਸਿਆਣ ਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਕੋਈ ਅਮੀਰ ਬੰਦਾ ਹੋਵੇ, ਇਕੱਲੇ ਪੈਸੇ ਹੀ ਦੇ ਦੇਵੇ ਗੁਰੂ ਮਹਾਰਾਜ ਨੂੰ, ਸੋਨਾ ਚੜ੍ਹਾ ਦੇਵੇ, ਚਾਂਦੀ ਚੜ੍ਹਾ ਦੇਵੇ ਗੁਰਦੁਆਰਿਆਂ ਵਿੱਚ, ਮਹਾਰਾਜਾ ਦੇ ਨਾਲ ਵੀ ਕੋਈ ਜ਼ਿਆਦਾ ਖੁਸ਼ ਨਹੀਂ ਹੁੰਦੇ ਜੇ ਉਹ ਬੰਦਾ ਗੁਰੂ ਦਾ ਬਚਨ ਨਹੀਂ ਕਮਾਉਂਦਾ। ਨਾ ਤੂੰ ਆਵੇਂ ਵਸ ਤੀਰਥ ਨਹਾਈ ਹੈ। ਕੋਈ ਤੀਰਥਾਂ 'ਤੇ ਵੀ ਬਾਹਲਾ ਜਾਈਏ, ਇਸ਼ਨਾਨ ਕਰ ਲਈਏ, ਚੁੱਭੀਆਂ ਲਾ ਲਈਏ, ਪਰ ਜੋ ਗੁਰੂ ਜੀ ਕਹਿੰਦੇ ਆ ਉਹ ਕਹਿਣਾ ਹੀ ਨਾ ਮੰਨੀਏ। ਇਵੇਂ ਵੀ ਗੁਰੂ ਨੂੰ ਕੋਈ ਠੱਗ ਨਹੀਂ ਸਕਦਾ, ਭਰਮਾ ਨਹੀਂ ਸਕਦਾ ਕਿ ਮੈਂ ਤਾਂ ਜੀ ਤੀਰਥਾਂ 'ਤੇ ਹੋ ਆਇਆ ਹਾਂ। ਨਹੀਂ, ਇਵੇਂ ਵੀ ਤੁਸੀਂ ਉਹਨੂੰ ਬੇਵਕੂਫ ਨਹੀਂ ਬਣਾ ਪਾਵੋਗੇ। ਨਾ ਤੂੰ ਆਵੇਂ ਵਸ ਤੀਰਥ ਨਹਾਈ ਹੈ, ਨਾ ਤੂੰ ਆਵੇਂ ਵਸ ਧਰਤੀ ਧਾਈਏ। ਕੋਈ ਬਹੁਤ ਧਰਤੀ ਘੁੰਮ ਕੇ ਆ ਜੇ, ਇੱਦਾਂ ਦੇ ਹੁੰਦੇ ਨੇ, ਉਹ ਕਹਿੰਦੇ ਅਸੀਂ ਬਹੁਤ ਦੁਨੀਆ ਦੇਖੀ ਆ।
ਹਾਂ ਦੁਨੀਆ ਤਾਂ ਦੇਖੀ ਆ, ਪਰ ਗੁਰੂ ਦਾ ਇੱਕ ਛੋਟਾ ਜਿਹਾ ਬਚਨ ਵੀ ਕਮਾ ਨਹੀਂ ਪਾਇਆ, ਕੇਸ ਦਾੜਾ ਵੀ ਤੇਥੋਂ ਰੱਖ ਨਹੀਂ ਹੋਇਆ। ਇਵੇਂ ਵੀ ਤੁਸੀਂ ਗੁਰੂ ਮਹਾਰਾਜ ਨੂੰ ਭਰਮਾ ਨਹੀਂ ਸਕਦੇ ਇਹਨਾਂ ਗੱਲਾਂ ਦੇ ਨਾਲ। ਸਤਿਗੁਰੂ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ, ਨਾ ਤੂੰ ਆਵੇਂ ਵਸ ਕਿਤੈ ਸਿਆਣ ਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਇਸ ਕਰਕੇ ਬਹੁਤਾ ਦਾਨ ਕਰਕੇ ਵੀ ਜਿਵੇਂ ਰੱਬ ਨੂੰ ਗੁਰੂ ਨੂੰ ਵਸ 'ਚ ਕਰ ਲੂੰਗਾ, ਨਹੀਂ, ਇਵੇਂ ਵੀ ਨਹੀਂ ਆਵੇਗਾ। ਗੁਰੂ ਨੂੰ ਵਸ ਕਰਨ ਦਾ ਇੱਕੋ ਹੀ ਇੱਕ ਰਾਹ ਹੈ, ਉਹ ਆ ਸੇਵਾ। ਉਹਦੀ ਅਸਲ ਸੇਵਾ, ਉਹਦਾ ਕਹਿਣਾ ਮੰਨਣਾ ਤੇ ਉਹਦੇ ਨਾਲ ਪਿਆਰ ਕਰਨਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਰੱਬ ਨੂੰ ਵਸ ਕੀਤਾ ਹੈ ਭਗਤਾਂ ਨੇ, ਪ੍ਰੇਮ ਦੇ ਬੰਧਨ ਪਾ ਕੇ। ਜਿਉ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਕਬੀਰ ਸਾਹਿਬ ਜੀ ਕਹਿੰਦੇ, ਰੱਬ ਜੀ ਅਸੀਂ ਤਾਂ ਮੋਹ ਦੇ ਬੰਧਨਾਂ 'ਚ ਫਸੇ ਹੋਏ ਹਾਂ, ਅਸੀਂ ਤਾਂ ਛੁੱਟ ਜਾਂਗੇ ਮੋਹ ਦੇ ਬੰਧਨਾਂ 'ਚੋਂ, ਖਲਾਸ ਹੋ ਜਾਂਗੇ ਤੁਹਾਨੂੰ ਯਾਦ ਕਰਕੇ। ਪਰ ਜਦੋਂ ਅਸੀਂ ਤੁਹਾਨੂੰ ਬੰਨ੍ਹ ਲਿਆ, ਤੁਸੀਂ ਫਿਰ ਕਿਵੇਂ ਮੁਕਤ ਹੋਵੋਗੇ? ਭਗਤ ਤਰਦੇ ਨੇ ਤੈਨੂੰ ਯਾਦ ਕਰਕੇ, ਤੇ ਭਗਤਾਂ ਨੇ ਜੇ ਤੈਨੂੰ ਫੜ ਲਿਆ, ਵੱਸ 'ਚ ਕਰ ਲਿਆ, ਫਿਰ ਤੁਸੀਂ ਕਿਹੜੀ ਚੀਜ਼ ਨਾਲ ਮੁਕਤ ਹੋਵੋਗੇ? ਪਿਆਰ ਭਰੇ ਬਚਨ ਕਹਿੰਦੇ ਨੇ ਰੱਬ ਨੂੰ, ਜਿਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨ ਛੂਟੇ ਮੋਹੇ। ਪਰਮਾਤਮਾ ਇੱਦਾਂ ਦਾ ਉਹਦਾ ਸੁਭਾਅ ਹੀ ਆ, ਉਹਨੂੰ ਪ੍ਰੇਮ ਦੇ ਨਾਲ ਹੀ ਪਿਆਰਿਓ ਵੱਸ 'ਚ ਕੀਤਾ ਜਾ ਸਕਦਾ। ਤਾਂ ਆ ਜਿਹੜੀਆਂ ਸੇਵਾਵਾਂ ਨੇ, ਬਰਤਨ ਮਾਂਜਣੇ, ਤੱਪੜ ਝਾੜਨੇ, ਝਾੜੂ ਲਾਉਣਾ, ਗੁਰਦੁਆਰਾ ਸਾਹਿਬ ਰਮਾਲਾ ਸਾਹਿਬ ਦੀ ਸੇਵਾ ਕਰਨੀ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਆ। ਪਰ ਇਹ ਕਰਕੇ ਬੰਦੇ ਨੂੰ ਬਸ ਇੰਨਾ ਹੀ ਪਤਾ ਲੱਗਦਾ ਕਿ ਗੁਰੂ ਮਹਾਰਾਜ ਦੇ ਆਪਾਂ ਚਰਨਾਂ ਦੇ ਨਾਲ ਜੁੜਨਾ ਤੇ ਉਹਦੇ ਬਚਨ ਕਮਾਉਣਾ। ਪਰ ਜੇ ਇਹ ਕਰਕੇ ਆਪਾਂ ਬਚਨ ਨਹੀਂ ਕਮਾ ਪਾਉਂਦੇ, ਇਹ ਚੀਜ਼ਾਂ ਫਿਰ ਜ਼ੀਰੋ ਹੋ ਜਾਂਦੀਆਂ ਨੇ। ਨਾਲ ਗੱਲ ਇਹ ਵੀ ਆ, ਇਹ ਚੀਜ਼ਾਂ ਫਿਰ ਸਿਫਰ ਹੋ ਜਾਂਦੀਆਂ ਨੇ ਜੇ ਆਪਾਂ ਬਰਤਨ ਵੀ ਮਾਂਜੀਏ, ਸੇਵਾ ਵੀ ਕਰੀਏ, ਸਭ ਕੁਝ ਕਰੀ ਚੱਲੀਏ, ਤੱਪੜ ਵੀ ਝਾੜੀ ਚੱਲੀਏ ਗੁਰੂ ਘਰੇ ਆ ਕੇ, ਪਰ ਗੁਰੂ ਦਾ ਬਚਨ ਹੀ ਨਾ ਕਮਾਈਏ, ਫਿਰ ਇਹ ਚੀਜ਼ਾਂ ਜ਼ੀਰੋ ਨੇ। ਜੇ ਬਚਨ ਵੀ ਨਾਲ ਕਮਾ ਲਿਆ, ਫਿਰ ਇਹ ਚੀਜ਼ਾਂ ਪੌੜੀ ਨੇ ਜਿਹੜੀਆਂ ਗੁਰੂ ਤੱਕ ਲੈ ਗਈਆਂ ਨੇ। ਅੱਗੇ ਮਹੱਲਾ ਤੀਜਾ, ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸੀਗਾਰ। ਗੁਰੂ ਅਮਰਦਾਸ ਜੀ ਕਹਿੰਦੇ, ਸ਼ਬਦ ਤੋਂ ਬਿਨਾਂ ਬੰਦਾ ਸ਼ਿੰਗਾਰ ਜਿੰਨੇ ਮਰਜ਼ੀ ਕਰ ਲਵੇ, ਉਹ ਸ਼ੁੱਧ ਨਹੀਂ ਹੋ ਸਕਦਾ। ਬਿਨ ਸ਼ਬਦੈ ਸ਼ੁੱਧ ਨਾ ਹੋਵਈ, ਜੇ ਅਨੇਕ ਕਰੈ ਸੀਗਾਰ। ਅਸਲ ਦੇ ਵਿੱਚ ਉਹ ਕਹਿ ਰਹੇ ਨੇ ਕਿ ਆਪਣੇ ਆਪ ਨੂੰ ਪਛਾਣੇ ਤੋਂ ਬੰਦਾ ਬਿਨਾਂ ਜੋ ਮਰਜ਼ੀ ਪਹਿਨੀ ਜਾਵੇ, ਹੰਢਾਈ ਜਾਵੇ, ਖਾਈ ਜਾਵੇ, ਉਹ ਪਰਮਾਤਮਾ ਦੀ ਨਿਗਾਹ ਦੇ ਵਿੱਚ ਸਚਿਆਰ ਨਹੀਂ ਹੋ ਸਕਦਾ। ਬਿਨ ਸ਼ਬਦੈ, ਗੁਰੂ ਦੇ ਸ਼ਬਦ ਨੂੰ ਜਪੇ ਤੋਂ ਬਿਨਾਂ, ਮੰਤਰ ਨੂੰ ਜਪੇ ਤੋਂ ਬਿਨਾਂ ਸ਼ੁੱਧ ਕੋਈ ਹੋ ਹੀ ਨਹੀਂ ਸਕਦਾ। ਭਾਵੇਂ ਕੋਈ ਬਹੁਤ ਸਾਰੇ ਸ਼ਿੰਗਾਰ ਕਰ ਰਿਹਾ ਹੈ, ਫਿਰ ਕੀ ਸਾਰ ਨਾ ਜਾਣਈ, ਦੂਜੇ ਭਾਏ ਪਿਆਰ। ਪਿਰ ਦੇ ਅਰਥ ਆ ਪਰਮਾਤਮਾ। ਜੀਵ ਆਤਮਾ ਪਰਮਾਤਮਾ ਦੀ ਪਤੀ ਦੀ ਸਾਰ ਨਹੀਂ ਲੈ ਰਹੀ, ਉਹਦਾ ਹੋਰਾਂ ਦੇ ਨਾਲ ਪਿਆਰ ਆ। ਜਿੱਦਾਂ ਆਮ ਆਪਾਂ ਇਹ ਸ਼ਬਦ ਵਰਤਦੇ ਹਾਂ ਤੇ ਉਹਨੂੰ ਮਹਾਰਾਜ ਨੇ ਸੋਹਣੇ ਤਰੀਕੇ ਨਾਲ ਕਹਿ ਦਿੱਤਾ। ਅਸੀਂ ਕਈ ਵਾਰੀ ਗਲਤ ਭਾਸ਼ਾ ਵਰਤਦੇ ਹਾਂ, ਸਾਡੀ ਸ਼ਬਦਾਵਲੀ ਉੱਦਾਂ ਦੀ ਹੋ ਜਾਂਦੀ ਆ। ਸਾਗ ਕੋ ਸੁੱਧ, ਸਾਗ ਕੋ ਲੱਖਣੀ, ਨਾਨਕ ਨਾਰੀ ਵਿੱਚ ਕੁਨਾਰ। ਉਹ ਪਤੀ ਨੂੰ ਛੱਡ ਕੇ ਜਿਹੜੀ ਪਤਨੀ ਬਾਹਰ ਜਾਂਦੀ ਆ, ਉਹਨੂੰ ਬਦਲ ਚੱਲਣ, ਕਰੈਕਟਰਲੈਸ ਕਿਹਾ ਜਾਂਦਾ ਹੈ। ਜਿਹੜੀ ਆਪਣੇ ਪਰਮਾਤਮਾ ਦਾ ਨਾਮ ਛੱਡ ਕੇ ਦੂਜੇ ਭਾਏ ਪਿਆਰ, ਹੋਰਾਂ ਨੂੰ ਯਾਦ ਕਰਦੀ ਆ, ਦਿਲ ਦੇ ਵਿੱਚ ਪੈਸੇ ਨੂੰ ਯਾਦ ਕਰਦੀ ਆ, ਉਹ ਕੁਲੱਖਣੀ ਆ।
ਭਾਵ ਕਿ ਉਹ ਚਰਿੱਤਰਹੀਨ ਔਰਤ ਹੈ। ਆਤਮਾ ਨੂੰ ਮਹਾਰਾਜ ਕਹਿ ਰਹੇ ਨੇ ਗੁਰੂ ਅਮਰਦਾਸ ਜੀ। ਦੇਖੋ, ਆਤਮਾ ਦਾ ਪਤੀ ਪਰਮਾਤਮਾ ਹੈ। ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਚੀਜ਼ ਨੂੰ ਯਾਦ ਕਰਨਾ, ਇਹ ਉਹਦਾ ਹੈ ਵੀ ਇੱਕ ਪਤਨੀ ਵਿਆਹੀ ਗਈ ਆ, ਨਵਾਂ ਉਹਦਾ ਵਿਆਹ ਹੋਇਆ ਹੈ, ਪਰ ਉਹ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ, ਉਹ ਹੋਰਾਂ ਨੂੰ ਪਿਆਰ ਕਰਦੀ ਆ, ਉਹਨੂੰ ਛੱਡ ਕੇ ਕਿਸੇ ਹੋਰ ਪਾਸੇ ਜਾ ਰਹੀ ਆ। ਸਾ ਕੋ ਸੁਧ ਸਾ ਕੋ ਲਖਣੀ, ਗੁਰੂ ਅਮਰਦਾਸ ਜੀ ਕਹਿੰਦੇ ਉਹ ਆਤਮਾ ਚਰਿੱਤਰਹੀਣ ਹੈ। ਇੱਥੇ ਸਰੀਰ ਇਕੱਲੇ ਚਰਿੱਤਰਹੀਣ ਨਹੀਂ ਹੁੰਦੇ, ਆਤਮਾ ਵੀ ਚਰਿੱਤਰਹੀਣ ਹੋ ਜਾਂਦੀ ਆ, ਬੰਦੇ ਦਾ ਮਨ ਵੀ, ਤੇ ਉਹ ਫਿਰ ਹੋਰ ਪਾਸੇ ਭਟਕਦਾ, ਪਰਮਾਤਮਾ ਨਾਲ ਪਿਆਰ ਨਹੀਂ ਕਰਦਾ। ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬਹਿਣੀ। ਹੇ ਗੁਰੂ, ਇਹ ਪੌੜੀ ਵਿੱਚ ਅਰਦਾਸ ਕੀਤੀ ਆ ਗੁਰੂ ਸਾਹਿਬ ਨੇ ਕਿ ਮੇਰੇ ਤੇ ਆਪਣੀ ਦਇਆ ਕਰੋ, ਹਰ ਬੋਲੀ ਬਹਿਣੀ, ਤਾਂ ਕਿ ਮੈਂ ਤੇਰੀ ਬਾਣੀ ਪੜ੍ਹ ਸਕਾਂ। ਕੋਈ ਆਪਦੇ ਜ਼ੋਰ ਨਾਲ ਬਾਣੀ ਨਹੀਂ ਪੜ੍ਹ ਸਕਦਾ, ਕੋਈ ਆਪਦੇ ਜ਼ੋਰ ਦੇ ਨਾਲ ਸੰਸਾਰ ਤੋਂ ਛੁੱਟ ਨਹੀਂ ਸਕਦਾ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜ਼ੋਰ ਨਾ ਜੀਵਨ ਮਰਨ ਨ ਜ਼ੋਰ। ਕੋਈ ਜ਼ੋਰ ਲਾ ਕੇ ਮਰ ਵੀ ਨਹੀਂ ਸਕਦਾ, ਕੋਈ ਜੰਮ ਵੀ ਨਹੀਂ ਸਕਦਾ, ਉਹਦੀ ਮਰਜ਼ੀ ਆ ਵਾਹਿਗੁਰੂ ਦੀ। ਤਾਂ ਇੱਦਾਂ ਹੀ ਕਹਿੰਦੇ ਤੁਸੀਂ ਬਸ ਆਪਣੀ ਦਇਆ ਕਰੋ ਮੇਰੇ 'ਤੇ, ਤਾਂ ਕਿ ਮੈਂ ਬਾਣੀ ਨੂੰ ਪੜ੍ਹ ਸਕਾਂ। ਪੌੜੀ ਵਿੱਚ ਇਹਨਾਂ ਬੇਨਤੀਆਂ ਕੀਤੀਆਂ ਨੇ, ਹਰ ਨਾਮ ਧਿਆਈ ਹਰ ਉਚਰਾ, ਮੈਂ ਉੱਚੀ ਉੱਚੀ ਬੋਲ ਕੇ ਤੇਰੇ ਨਾਮ ਨੂੰ ਜਪਾਂ, ਕਿਉਂਕਿ ਸਿੱਧਾ ਨਹੀਂ ਨਾ ਦਿਲ 'ਚ ਵਸੇਗਾ, ਪਹਿਲਾਂ ਉੱਚੀ ਉੱਚੀ ਬੋਲ ਕੇ ਕੰਨਾਂ ਨੂੰ ਸੁਣਾਉਣਾ ਪਵੇਗਾ। ਹਰ ਲਾਹਾ ਲੈਣੀ, ਇੱਦਾਂ ਲਾਹਾ ਖੱਟਿਆ ਜਾਂਦਾ। ਕਬੀਰ ਸਾਹਿਬ ਦੀ ਇੱਕ ਸਾਖੀ ਹੈ, ਬਹੁਤ ਪਿਆਰੀ ਆ। ਕਹਿੰਦੇ ਇਹ ਦੁਨੀਆ ਦੇ ਲੋਕੋ, ਮੈਂ ਦੇਖਦਾ ਹਾਂ ਇੱਕ ਚੀਜ਼ ਦੀ ਲੁੱਟ ਪਈ ਹੋਈ ਆ, ਇੱਕ ਖਜ਼ਾਨਾ ਖੁੱਲ੍ਹਿਆ ਹੈ, ਉਹਨੂੰ ਕੋਈ ਜਿੰਦਾ ਵੀ ਨਹੀਂ ਲੱਗਿਆ। ਮੈਂ ਦੁਨੀਆ ਦੇ ਲੋਕਾਂ ਨੂੰ ਇਹ ਕਹਿ ਰਿਹਾ, ਪਰ ਉਹਨੂੰ ਲੁੱਟਦਾ ਨਹੀਂ ਕੋਈ। ਆਮ ਕਿਸੇ ਦੇ ਘਰੇ ਜਾਈਏ, ਕਿਸੇ ਦੀ ਅਸਮਤ ਲੁੱਟੀਏ, ਕਿਸੇ ਦਾ ਪੈਸਾ ਲੁੱਟੀਏ, ਫੜੇ ਜਾਵਾਂਗੇ ਤੇ ਸਾਨੂੰ ਫਿਰ ਕੈਦਖਾਨੇ 'ਚ ਜੇਲ੍ਹ ਕੱਟਣੀ ਪਵੇਗੀ। ਇਹ ਚੀਜ਼ ਕਹਿੰਦੇ ਜੇ ਲੁੱਟ ਲੋਗੇ ਤਾਂ ਭਗਤ ਕਹਾਓਗੇ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਕਹਿੰਦੇ ਇੱਕ ਹੱਟੀ ਦੇਖੀ ਆ ਮੈਂ, ਉਹਦੇ ਵਿੱਚ ਹੀਰੇ ਪਏ ਨੇ, ਖਜ਼ਾਨਾ ਪਿਆ, ਦਰਵਾਜ਼ਾ ਵੀ ਉਹਦਾ ਖੁੱਲ੍ਹਿਆ, ਜਿੰਦਾ ਵੀ ਨਹੀਂ ਲੱਗਿਆ, ਪਰ ਕੋਈ ਲੁੱਟ ਨਹੀਂ ਰਿਹਾ ਉਹਨੂੰ। ਰਾਮ ਨਾਮ ਕੀ ਲੂਟ ਹੈ, ਲੂਟ ਸਕੇ ਤੋ ਲੂਟ। ਕਬੀਰ ਪਰ ਜਬ ਪਾਛੈ ਪਛਤਾਓਗੇ, ਜਬ ਪ੍ਰਾਣ ਜਾਏਂਗੇ ਛੂਟ, ਫਿਰ ਤੂੰ ਪਛਤਾਵੇਂਗਾ ਜਦੋਂ ਤੇਰੇ ਪ੍ਰਾਣ ਨਿਕਲ ਜਾਣਗੇ ਕਿ ਇਹ ਖਜ਼ਾਨਾ ਮੈਂ ਲੁੱਟ ਕਿਉਂ ਨਹੀਂ ਸਕਿਆ। ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾਂ ਨੈਣੀ। ਮੈਂ ਐਸਿਆਂ ਦੇ ਦਰਸ਼ਨ ਕਰਨੇ ਚਾਹੁੰਦਾ ਜਿਨ੍ਹਾਂ ਨੇ ਰਸਨਾ ਤੋਂ ਪਿਆਰੇ ਨੂੰ ਯਾਦ ਕੀਤਾ ਹੈ। ਹਾਂ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਇਹ ਗੁਰੂ, ਮੈਂ ਤੈਥੋਂ ਸਦਕੇ ਜਾਨਾ, ਵਾਰਿਆ ਜਾਨਾ, ਜਿਨੇ ਮੈਨੂੰ ਮੇਰੇ ਸੱਜਣ ਦੇ ਨਾਲ, ਪ੍ਰੀਤਮ ਦੇ ਨਾਲ ਮਿਲਾ ਦਿੱਤਾ। ਇੱਦਾਂ ਦੀਆਂ ਕੁਝ ਬੇਨਤੀਆਂ ਗੁਰੂ ਅਮਰਦਾਸ ਜੀ ਨੇ ਕੀਤੀਆਂ ਨੇ। ਤਾਂ ਕਹਿਣ ਦਾ ਭਾਵ ਇਹ ਆ, ਪਿਰਕੀ ਸਾਰ ਨਾ ਜਾਣਈ ਦੂਜੇ ਭਾਏ ਪਿਆਰ। ਦੁਨੀਆ ਵਿੱਚ ਉਹ ਔਰਤ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਹੋਰਾਂ ਦੇ ਦਰ 'ਤੇ ਜਾਂਦੀ ਆ, ਸਾਡੀ ਨਿਗਾਹ ਵਿੱਚ ਉਹਦਾ ਇਖਲਾਕ ਡਿੱਗ ਪੈਂਦਾ। ਅਸੀਂ ਕਹਿੰਦੇ ਉਹ ਚਰਿੱਤਰਹੀਣ ਆ। ਮਹਾਰਾਜ ਕਹਿੰਦੇ ਇਕੱਲੀ ਔਰਤ ਨਹੀਂ ਚਰਿੱਤਰਹੀਣ ਹੈ, ਤੇ ਤੁਹਾਡੀ ਆਤਮਾ ਵੀ ਚਰਿੱਤਰਹੀਣ ਹੋ ਜਾਂਦੀ ਆ ਜਦੋਂ ਪਿਰਕੀ ਸਾਰ ਨਾ ਜਾਣੀ। ਤੁਹਾਡਾ ਮਨ ਵੀ ਚਰਿੱਤਰਹੀਣ ਆ ਜਦੋਂ ਪਿਆਰੇ ਨੂੰ ਛੱਡ ਕੇ ਹੋਰ ਚੀਜ਼ਾਂ ਨੂੰ ਯਾਦ ਕਰਦਾ ਹੈ, ਪੈਸੇ ਨੂੰ ਯਾਦ ਕਰਦਾ, ਪਤੀ ਨੂੰ ਛੱਡ ਕੇ ਕੋਠੀਆਂ ਨੂੰ ਯਾਦ ਕਰਦਾ, ਕੋਈ ਵੀ ਚੀਜ਼ ਆ ਉਹਦੇ ਤੋਂ ਬਿਨਾਂ। ਦੂਜੇ ਭਾਏ ਪਿਆਰ, ਰੱਬ ਨੂੰ ਛੱਡ ਕੇ ਮਨ 'ਚ ਕੁਝ ਹੋਰ ਯਾਦਾਂ ਸੋਚਣੀਆਂ ਸਾਰਾ ਦਿਨ, ਇਹ ਚਰਿੱਤਰਹੀਣ ਹੋਣਾ ਹੀ ਹੈ। ਸਾ ਕੋ ਸੁਧ ਸਾ ਕੋ ਲਖਣੀ, ਨਾਨਕ ਨਾਰੀ ਵਿੱਚ ਕਨਾਰ। ਗੁਰੂ ਤੇਗ ਬਹਾਦਰ ਜੀ ਫਿਰ ਕਹਿੰਦੇ
ਇਹ ਗੁਸਤਾਖੀ ਲਈ ਮਾਫੀ ਵੀ ਆ। ਕਹਿੰਦੇ 99% ਲੋਕ ਚਰਿੱਤਰਹੀਣ ਹੀ ਨੇ, ਚਾਹੇ ਉਹ ਮਰਦ ਆ ਚਾਹੇ ਉਹ ਔਰਤਾਂ। ਕਾਰਨ ਉਹਦਾ ਕੀ ਆ? ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰ ਦਿੰਦੀ ਆ, ਕਈ ਵਾਰ ਇੱਦਾਂ ਵੱਧ ਸਮਝ ਆ ਜਾਏਗੀ। ਅਤੇ ਉਹ ਕਹਿੰਦੇ ਵੀ 99% ਲੋਕ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਆ ਜਿਹਦੇ ਮਨ 'ਚ ਉਹਦੀ ਯਾਦ ਆਉਂਦੀ ਆ, ਵਾਹਿਗੁਰੂ ਨੂੰ ਯਾਦ ਕਰਦਾ। ਨਹੀਂ, ਕਰੋੜ ਲੋਕ ਜਿਹੜੇ ਨੇ ਉਹ ਕੁਝ ਹੋਰ ਹੀ ਚੇਤੇ ਕਰਦੇ ਆ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਨੇ ਰੱਬ ਜੀ ਬਾਹਲੇ ਭੁਲੇਖਿਆਂ 'ਚ ਨਾ ਰਿਹਾ ਕਰੋ। ਸਿੱਧਾ ਹੀ ਜਿਵੇਂ ਉਹ ਸਾਹਮਣੇ ਬੈਠੇ ਨੇ ਇੱਦਾਂ ਗੱਲਾਂ ਕਰਦੇ ਨੇ। ਕਹਿੰਦੇ ਤੇਰਾ ਜਨ ਏਕ ਆਦ ਕੋਈ, ਤੇਰਾ ਜਨ, ਜਨ ਕਹਿੰਦੇ ਨੇ ਸੇਵਕ ਨੂੰ, ਤੈਨੂੰ ਯਾਦ ਕਰਨ ਵਾਲਾ ਇੱਕ ਅੱਧਾ ਹੀ ਆ। ਤੇਰਾ ਜਨ ਏਕ ਆਦ ਕੋਈ, ਗੁਰਬਾਣੀ ਦੇ ਬਚਨ ਨੇ ਵੀ ਹੇ ਪਰਮਾਤਮਾ ਜੀ, ਜਿਵੇਂ ਆਪਾਂ ਕਹਿੰਦੇ ਹਾਂ ਤੂੰ ਬਹੁਤੇ ਮਿੱਤਰ ਤਾਂ ਬਣਾਈ ਫਿਰਦਾ, ਪਰ ਇਹ ਤੇਰੇ ਅਸਲੀ ਨਹੀਂ ਹੈਗੇ, ਹੈਗਾ ਤੇਰਾ ਇੱਕ ਅੱਧਾ ਹੀ ਹੈ। ਇਹਨਾਂ ਦੇ ਵਿੱਚ ਮਿੱਤਰ ਤਾਂ ਹੁੰਦੇ ਹੀ ਇੰਨੇ ਕਾ ਵੀ ਤੁਸੀਂ ਉਹਨਾਂ ਨੂੰ ਉਂਗਲਾਂ 'ਤੇ ਗਿਣ ਸਕੋ, ਬਸ ਜ਼ਿਆਦਾ ਨਹੀਂ ਹੋ ਸਕਦੇ। ਰੱਬ ਜੀ ਤੁਹਾਡੇ ਬਾਹਲੇ ਨਹੀਂ ਹੈਗੇ, ਇਹ ਜਿਹੜੇ ਭਗਤ ਨੇ ਇਹ ਇੱਕ ਅੱਧਾ ਹੀ ਹੁੰਦਾ ਹੈ, ਯੁੱਗਾਂ ਯੁੱਗਾਂ ਵਿੱਚ ਬਾਹਲੇ ਨਹੀਂ ਹੁੰਦੇ। ਤਾਂ ਇੱਦਾਂ ਕਰਕੇ ਕਬੀਰ ਸਾਹਿਬ ਜੀ ਵੀ ਕਹਿ ਰਹੇ ਨੇ। ਉਹ ਕਹਿੰਦੇ ਫਿਰ ਇੰਨੀ ਭੀੜ ਕਬੀਰ, ਮੇਰੇ ਧਾਰਮਿਕ ਸਥਾਨਾਂ 'ਤੇ ਇਤਨੇ ਲੋਕ ਆ ਰਹੇ ਨੇ, ਇਹ ਕੀ ਆ? ਉਹ ਵੀ ਕਹਿੰਦੇ ਰੱਬ ਜੀ ਮੈਂ ਤੁਹਾਨੂੰ ਦੱਸਦਾ ਇਹ ਕੌਣ ਨੇ। ਜਿਹੇ ਮਾਰਗ ਪੰਡਤ ਗਏ ਪਾਛੈ ਪਰੀ ਵਿਹੀਰ। ਇਹ ਦੇਖਾ ਦੇਖੀ ਜਾਣ ਵਾਲੇ ਹੀ ਆ, ਇਹ ਤਾਂ ਬਸ ਦੇਖਾ ਦੇਖੀ ਮਨ ਹਟ ਜਲ ਜਾਈਏ, ਇੱਕ ਦੂਜੇ ਨੂੰ ਦੇਖ ਕੇ ਹੀ ਇੱਦਾਂ ਕਰ ਰਹੇ ਆ। ਇਹਨਾਂ ਦੇ ਅੰਦਰ ਕੋਈ ਪਿਆਰ ਨਹੀਂ। ਭੀੜ ਜਿਵੇਂ ਕਹਿੰਦੇ ਆ, ਭੀੜਾਂ ਵਿੱਚ ਸਿਰਾਂ ਦੀ ਭਰਮਾਰ ਹੁੰਦੀ ਆ, ਪਰ ਉੱਥੇ ਕਹਿੰਦੇ ਅਕਲ ਦਾ ਅਕਾਲ ਪਿਆ ਹੁੰਦਾ ਹੈ। ਭੀੜਾਂ ਵਿੱਚ ਸਿਰਾਂ ਦੀ ਭਰਮਾਰ ਹੁੰਦੀ ਆ, ਅਕਲ ਦਾ ਭਾਵ ਕਿ ਉੱਥੇ ਕਹਿੰਦੇ ਕਿ ਵੀ ਅਕਲ ਨਹੀਂ ਹੁੰਦੀ, ਉਹਦਾ ਕਾਲ ਪੈ ਜਾਂਦਾ ਹੈ। ਇਹ ਸਾਰੇ ਕਬੀਰ ਸਾਹਿਬ ਜੀ ਕਹਿੰਦੇ ਦੇਖਾ ਦੇਖੀ ਆਏ ਨੇ ਅਤੇ ਤੀਰਥਾਂ 'ਤੇ, ਇਹਨਾਂ ਦਾ ਕੋਈ ਵਾਹਿਗੁਰੂ ਤੇਰੇ ਨਾਲ ਪਿਆਰ ਨਹੀਂ, ਇਹ ਤਾਂ ਆਪਦੀਆਂ ਮੰਗਾਂ ਹੀ ਮੰਗਣ ਆਏ ਨੇ। ਤੇਰਾ ਜਨ ਏਕ ਆਦ ਕੋਈ, ਤੈਨੂੰ ਪਿਆਰ ਕਰਨ ਵਾਲਾ ਕੋਈ ਇੱਕ ਅੱਧਾ ਹੀ ਆ। ਤਾਂ ਅਸੀਂ ਉਦੋਂ ਚਰਿੱਤਰਹੀਣ ਹੋ ਰਹੇ ਹੁੰਦੇ ਹਾਂ ਜਦੋਂ ਮਨ ਦੇ ਤਲ 'ਤੇ ਰੱਬ ਨੂੰ ਛੱਡ ਕੇ ਕੁਝ ਹੋਰ ਯਾਦ ਕਰਦੇ ਹਾਂ। ਸਾ ਕੁ ਸੁਧ ਸਾ ਕੁ ਲਖਣੀ, ਨਾਨਕ ਨਾਰੀ ਵਿੱਚ ਕੁਨਾਰ। ਉਹ ਨਾਰੀ ਨਹੀਂ, ਉਹ ਕੁਨਾਰ ਹੈ, ਭਾਵ ਕਿ ਉਹ ਇਸਤਰੀ ਚਰਿੱਤਰਹੀਣ ਹੈ ਜੋ ਪਤੀ ਨੂੰ ਛੱਡ ਕੇ ਹੋਰ ਪਾਸੇ ਜਾਂਦੀ ਆ। ਉਹ ਮਰਦ ਵੀ ਜੋ ਆਪਣੀ ਪਤਨੀ ਨੂੰ ਛੱਡ ਕੇ ਹੋਰ ਪਾਸੇ ਜਾਂਦਾ ਹੈ। ਬਿਲਕੁਲ ਇੱਦਾਂ ਹੀ ਆਤਮਾ ਨੂੰ ਸਮਝੋ। ਇਹ ਤਾਂ ਬਾਹਰਲੀ ਉਦਾਹਰਨ ਆ, ਇਹਦੇ ਲਈ ਤਾਂ ਆਪਾਂ ਬਹੁਤ ਕਈ ਵਾਰੀ ਗਲਤ ਸ਼ਬਦਾਵਲੀ ਵਰਤਦੇ ਹਾਂ, ਪਰ ਆਤਮਾ ਜਿਹੜੀ ਆ, ਜਿਹੜੀ ਸਾਡੀ ਆਤਮਾ, ਮਨ ਸਾਡਾ, ਉਹ ਜਦੋਂ ਰੱਬ ਨੂੰ ਛੱਡ ਕੇ ਕੁਝ ਹੋਰ ਯਾਦ ਕਰ ਰਹੀ ਹੁੰਦੀ ਆ, ਉਦੋਂ ਹਰ ਬੰਦਾ ਚਰਿੱਤਰਹੀਣ ਹੈ। ਗੁਰੂ ਅਮਰਦਾਸ ਜੀ। ਸੋ ਭਾਈ ਅਸੀਂ ਚਰਿੱਤਰਹੀਣ ਨਹੀਂ ਬਣਨਾ, ਅਸੀਂ ਉਹਦੇ ਨਾਲ ਪਿਆਰ ਕਰਨ ਵਾਲੇ ਬਣਨਾ। ਗੁਰੂ ਨਾਨਕ ਜੀ ਦੀ ਇੱਕ ਬਹੁਤ ਪਿਆਰੀ ਸਾਖੀ ਆ, ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਪਟਨਾ ਸ਼ਹਿਰ ਵਿਖੇ ਪਵ ਲਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪੁਰਬ ਜਿੱਥੇ ਹੋਇਆ, ਦੁਨੀਆ ਨੂੰ ਤਾਰਦੇ ਗੁਰੂ ਨਾਨਕ ਸਾਹਿਬ ਜੀ ਉੱਥੇ ਚਲੇ ਗਏ। ਉੱਥੇ ਇੱਕ ਗੰਗਾ ਨਦੀ ਆ, ਬਹੁਤ ਵੱਡੀ, ਉਹਦਾ ਆਕਾਰ ਵਿਸ਼ਾਲ ਹੈ। ਉੱਥੇ ਜਾਏ ਜਦੋਂ ਪਹੁੰਚੇ ਨੇ, ਬੜੀ ਭੀੜ ਤੱਕੀ ਹੈ, ਬਹੁਤ ਜ਼ਿਆਦਾ ਉੱਥੇ ਭੀੜ ਹੋਈ ਆ। ਨਾਲ ਭਾਈ ਮਰਦਾਨਾ ਜੀ ਮੋਢੇ 'ਤੇ ਰਬਾਬ ਟੰਗ ਕੇ ਪਿੱਛੇ ਪਿੱਛੇ ਪਿਆਰੇ ਦੇ ਜਾ ਰਹੇ ਨੇ। ਕਹਿੰਦੇ ਗੁਰੂ ਮਹਾਰਾਜ, ਮੈਨੂੰ ਅੱਜ ਇੱਦਾਂ ਹੈ ਮੇਰੇ ਦਿਲ ਵਿੱਚ, ਮੈਂ ਕੱਪੜੇ ਵੀ ਨਵੇਂ ਪਾਵਾਂ ਅਤੇ ਕੁਝ ਖਾਣ ਨੂੰ ਵੀ ਲਿਆਵਾਂ। ਬਾਰ-ਬਾਰ ਨਦੀ ਦੇ ਤੱਟ 'ਤੇ ਬੈਠੇ ਸੀ, ਕੁਝ ਪੈਸੇ ਹੀ ਦਮੜੇ ਹੀ ਮੈਨੂੰ ਦੇ ਦਿਓ। ਮਹਾਰਾਜ ਕਹਿੰਦੇ ਦਮੜੇ ਨਹੀਂ, ਤੈਨੂੰ ਮਰਦਾਨੇ ਅਸੀਂ ਹੀਰਾ ਹੀ ਦੇਵਾਂਗੇ, ਅੱਜ ਦਮੜੇ ਨਹੀਂ ਤੈਨੂੰ ਲਾਲ ਹੀ ਦੇਵਾਂਗੇ। ਤਾਂ ਮਹਾਰਾਜ ਨੇ ਆਪਣੇ ਖੀਸੇ ਵਿੱਚੋਂ ਕੱਢ ਕੇ ਉੱਦਾਂ ਦੇ ਦਿੱਤਾ। ਉਹ ਕੁਝ ਵੀ ਕਰ ਸਕਦੇ ਆ, ਪਰਮਾਤਮਾ ਨੇ, ਖੁਦ ਖੁਦਾ ਨੇ। ਕਹਿੰਦੇ ਇਹ ਲੈ, ਇਹਨੂੰ ਵੇਚਿਆ, ਜੋ ਤੈਨੂੰ ਚਾਹੀ
ਚਾਹੀਦਾ ਹੈ ਉਹ ਖਰੀਦ ਲਾ, ਜੋ ਤੈਨੂੰ ਚਾਹੀਦਾ। ਨਵੇਂ ਕੱਪੜੇ ਲੈਣੇ ਨੇ, ਖਾਣਾ ਹੈ ਭੋਜਨ, ਜੋ ਦਿਲ ਕਰੇ ਲੈ ਲਾ, ਪਰ ਧਿਆਨ ਰੱਖੀ ਇਹ ਹੀਰਾ ਹੈ, ਇਹਨੂੰ ਸਸਤੇ ਭਾਅ ਨਾ ਵੇਚ ਦੇਵੀਂ। ਉਹ ਚਲੇ ਗਏ ਭਾਈ ਸਾਹਿਬ ਜੀ ਮਰਦਾਨਾ ਜੀ। ਸਭ ਤੋਂ ਪਹਿਲਾਂ ਤਾਂ ਫਲਾਂ ਵਾਲੀ ਦੁਕਾਨ 'ਤੇ ਗਏ, ਭੁੱਖ ਲੱਗੀ ਸੀ। ਕਹਿਣ ਲੱਗੇ ਜੀ ਲਓ ਆ ਮੈਂ ਵੇਚਣ ਆਇਆ। ਅਤੇ ਉਹ ਦੁਕਾਨ ਵਾਲੇ ਨੇ ਦੇਖ ਕੇ ਕਿਹਾ, ਉਹਨੂੰ ਨਹੀਂ ਪਤਾ ਸੀ, ਕਹਿੰਦਾ ਇਹਦਾ ਤਾਂ ਚੱਲ ਕੀ ਆਵੇਗਾ, ਵੱਧ ਤੋਂ ਵੱਧ ਮੈਂ ਇਹਨੂੰ ਤੋਲਣ ਲਈ ਰੱਖ ਸਕਦਾ, ਪਾਈਆ ਦੀ ਵੱਟੀ ਦੀ ਥਾਂ 'ਤੇ ਵਰਤ ਲੂੰਗਾ, ਤੈਨੂੰ 2 ਮੈਂ ਸੇਬ ਦੇ ਸਕਦਾ, ਵੱਧ ਤੋਂ ਵੱਧ 2 ਸੇਬ ਇਹਦੇ ਬਦਲੇ 'ਚ। ਭਾਈ ਸਾਹਿਬ ਜੀ ਕਹਿੰਦੇ ਨਹੀਂ ਨਹੀਂ, ਇਹ ਤਾਂ ਸਹੀ ਮੁੱਲ ਨਹੀਂ, ਵਾਪਸ ਲੈ ਲਿਆ। ਅੱਗੇ ਫਿਰ ਪਸਾਰੀ ਦੀ ਦੁਕਾਨ 'ਤੇ ਗਏ। ਉਹ ਵੀ ਕਹਿਣ ਲੱਗਾ ਵੀ ਇਹ ਤਾਂ ਪੱਥਰ ਹੀ ਹੈ ਇੱਕ, ਚੱਲ ਤੂੰ ਰਾਹੀ ਪਾਂਧੀ ਲੱਗਦਾ, ਤੈਨੂੰ ਮੈਂ 2 ਬਦਾਮ ਹੀ ਦੇ ਸਕਦਾ, ਹੋਰ ਨਹੀਂ ਕੁਝ ਦੇ ਸਕਦਾ। ਭਾਈ ਸਾਹਿਬ ਜੀ ਕਹਿੰਦੇ ਨਹੀਂ, ਤੁਸੀਂ ਇਹ ਸਹੀ ਨਹੀਂ, ਇਹ ਚੀਜ਼ ਦਾ ਮੁੱਲ ਨਹੀਂ ਪੈ ਰਿਹਾ। ਵਾਪਸ ਆ ਗਏ। ਉਹ ਲੈ ਲਿਆ ਵਾਪਸ ਆਪਣਾ ਹੀਰਾ। ਫਿਰ ਸਾਲਸਰ ਆਏ ਸੀ, ਉੱਥੇ ਜੌਹਰੀ ਸੀ, ਅਤੇ ਉਹਦੀ ਦੁਕਾਨ 'ਤੇ ਹੱਟ 'ਤੇ ਗਏ। ਉਹ ਆਪ ਤਾਂ ਹੈ ਨਹੀਂ ਸੀ, ਅਤੇ ਉਹਦੀ ਦੁਕਾਨ 'ਚ ਕੰਮ ਕਰਨ ਵਾਲਾ ਕਾਮਾ ਸੀ, ਜਿਹਦਾ ਨਾਮ ਅਧਰੰਗਾ ਆਇਆ ਹੈ, ਕਈ ਅਧਰਕਾ ਕਹਿੰਦੇ ਨੇ ਉਹਨੂੰ ਫਿਰ ਦਿਖਾਇਆ, ਅਤੇ ਉਹ ਕਹਿੰਦਾ ਵੀ ਇਹਦਾ ਤਾਂ ਮੁੱਲ ਹੀ ਬਹੁਤ ਜ਼ਿਆਦਾ ਹੈ, ਇਹਨੇ ਤਾਂ ਸਾਡੇ ਕੋਲ ਪੈਸੇ ਹੀ ਹੈ ਨਹੀਂ, ਅਸੀਂ ਤਾਂ 100 ਰੁਪਈਆ ਇਹਨੂੰ ਦੇਖਣ ਦਾ ਹੀ, ਦਰਸ਼ਨਾਂ ਦਾ ਹੀ ਦੇ ਸਕਦੇ ਹਾਂ। ਸਾਲਸਰਾਏ ਵੀ ਆ ਗਿਆ, ਉਹਨਾਂ 100 ਰੁਪਈਆ ਦੇ ਦਿੱਤਾ, ਹੀਰਾ ਵੀ ਵਾਪਸ ਹੀ ਕਰਤਾ ਵੀ ਇਹਦੀ ਕੀਮਤ ਨਹੀਂ ਅਸੀਂ ਦੇ ਸਕਦੇ। ਤਾਂ 100 ਰੁਪਈਆ ਲੈ ਕੇ ਗੁਰੂ ਨਾਨਕ ਸਾਹਿਬ ਕੋਲ ਜਦੋਂ ਆਏ, ਭਾਈ ਮਰਦਾਨਾ ਜੀ ਨੇ ਪਕੜਾਏ ਪੈਸੇ। ਮਹਾਰਾਜ ਕਹਿੰਦੇ ਨਹੀਂ, ਹੀਰਾ ਵੇਚਣ 'ਤੇ ਆਪਾਂ ਪੈਸੇ ਲੈਣੇ ਸੀ, ਇੱਦਾਂ ਪੈਸੇ ਨਹੀਂ ਆਪਾਂ ਲੈਣੇ, ਮੋੜ ਆਓ। ਭਾਵੇਂ ਕਿਸੇ ਦੀ ਕਿਰਤ ਕਮਾਈ ਆ 100 ਰੁਪਈਆ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। 100 ਰਜਤਪਣ ਚੱਲਦੇ ਸੀ ਉਦੋਂ, ਕਰੰਸੀ ਰਜਤਪਣ ਸੀ। ਕਹਿੰਦੇ ਆ ਵਾਪਸ ਕਰਿਓ, ਇਹ ਨਹੀਂ ਆਪਾਂ ਰੱਖਣੇ ਭਾਈ ਸਾਹਿਬ ਜੀ। ਮਹਾਰਾਜ ਦਾ ਬਚਨ ਮੰਨਿਆ, ਕਹਿੰਦੇ ਵਾਪਸ ਕਰਨ ਗਏ। ਉਹ ਕਹਿੰਦੇ ਇਹੋ ਜਿਹਾ ਕੌਣ ਆ ਜਿਹਨੂੰ ਪੈਸੇ ਦਾ ਲਾਲਚ ਨਹੀਂ? ਸਾਲਸਰਾਏ ਨੇ ਕਿਹਾ, ਕਹਿੰਦੇ ਕੌਣ ਆ ਤੁਹਾਡਾ ਗੁਰੂ? ਕਹਿੰਦੇ ਉਹ ਗੁਰੂ ਨਾਨਕ ਸਾਹਿਬ ਨੇ, ਹਿੰਦੂਆਂ ਕੇ ਗੁਰੂ ਨੇ, ਮੁਸਲਮਾਨੋਂ ਕੇ ਫਕੀਰ ਨੇ, ਉਹਨਾਂ ਨੂੰ ਨਾਨਕ ਸ਼ਾਹ ਫਕੀਰ ਵੀ ਕਹਿੰਦੇ ਨੇ। ਦਰਸ਼ਨ ਕਰਨ ਲਈ ਆਇਆ ਅਤੇ ਆਪਣੇ ਸੇਵਕ ਨੂੰ, ਆਪਣੇ ਕਾਮੇ ਨੂੰ ਵੀ ਨਾਲ ਲਿਆਇਆ। ਮਹਾਰਾਜ ਨੇ ਆਖਿਆ ਸਾਲਸਰਾਏ ਜੀ, ਸਾਰੀ ਜ਼ਿੰਦਗੀ ਪੱਥਰਾਂ ਨੂੰ ਪਰਖੀ ਗਏ, ਆਪਣੇ ਆਪ ਨੂੰ ਕਦੇ ਨਹੀਂ ਪਰਖਿਆ। ਆਖਿਆ ਸੀ ਇਹ ਚੀਜ਼ ਤਾਂ ਮੈਨੂੰ ਆਉਂਦੀ ਆ, ਜੱਦੀ ਪੁਸ਼ਤੀ ਅਸੀਂ ਕਰਦੇ ਰਹੇ ਹਾਂ, ਪੱਥਰਾਂ ਨੂੰ ਪਰਖਣਾ, ਪਰਖ ਲਿਆ ਵੀ ਬੜੀ ਕੀਮਤ ਆ। ਤੂੰ ਵੀ ਤਾਂ ਇੱਕ ਕੀਮਤੀ ਨਗੀਨਾ ਹੀ ਹੈ, ਤੂੰ ਵੀ ਇੱਕ ਕੀਮਤੀ ਲਾਲ ਹੀ ਆ। ਨਾਨਕ ਪਰਖੇ ਆਪ ਕਉ ਤਾਂ ਪਾਰਖ ਜਾਣ। ਸਾਲਸਰਾਏ ਜੀ, ਪਾਰਖੂ ਤਾਂ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਚੀਨੇ ਪਛਾਣੇ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਆ ਜਿਵੇਂ ਇੱਕ ਘਾਹ ਜਿਹਾ ਹੁੰਦਾ, ਉੱਤੇ ਕਾਈ ਜੰਮ ਜਾਂਦੀ ਹੈ ਨਾ, ਅਤੇ ਜੈਲਬ ਜਿਹਨੂੰ ਆਪਾਂ ਕਹਿੰਦੇ ਹਾਂ, ਤਿਲਕ ਜਾਂਦਾ ਬੰਦਾ। ਇਹ ਮਨ 'ਤੇ ਲੱਗੀ ਹੋਈ ਜੈਲਬ ਲੈਂਦੀ ਨਹੀਂ, ਜਦੋਂ ਬੰਦਾ ਜਿੰਨਾ ਸਮਾਂ ਆਪਦੇ ਆਪ ਨੂੰ ਪਛਾਣਦਾ ਹੀ ਨਹੀਂ ਹੈਗਾ। ਮਹਾਰਾਜ ਨੇ ਆਖਿਆ ਸਾਲਸਰਾਏ ਜੀ, ਆਪਦੇ ਆਪ ਨੂੰ ਵੀ ਪਰਖੋ। ਹੱਥ ਜੋੜ ਕੇ ਕਿਹਾ ਸੀ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਨਹੀਂ ਇਹ ਚੀਜ਼ ਆਉਂਦੀ। ਉਹ ਕਾਮੇ ਨੂੰ ਮਹਾਰਾਜ ਨੇ ਕੁਝ ਸਵਾਲ ਪੁੱਛੇ। ਸਤਿਗੁਰੂ ਕਹਿੰਦੇ ਤੇਰੀ ਦੁਕਾਨ 'ਤੇ ਕੰਮ ਕਰਨ ਵਾਲਾ ਇਹ ਕਾਮਾ ਤੇਰੇ ਨਾਲੋਂ ਵੀ ਅੱਗੇ ਲੰਘ ਗਿਆ, ਨਾਲੇ ਤੂੰ ਮਾਲਕ ਹੈ, ਇਹ ਨੌਕਰ ਆ, ਇਹਨੂੰ ਆਤਮਾ ਦੀ ਵੱਧ ਸਮਝ ਆ, ਤੂੰ ਆਪਣਾ ਗੁਰੂ ਇਹਨੂੰ ਬਣਾ, ਇਹ ਤੇਰਾ ਉਧਾਰ ਕਰੇਗਾ। ਮਹਾਰਾਜ ਨੇ ਫਿਰ ਇੱਦਾਂ ਉਹਨਾਂ ਨੂੰ ਸਮਝਾਇਆ। ਕਿਹਾ ਜਾਂਦਾ ਜਿੱਥੇ ਅੱਜ ਤਖਤ ਸ੍ਰੀ ਹਰਿਮੰਦਰ ਸਾਹਿਬ, ਜਿਹਨੂੰ ਆਪਾਂ ਪਟਨਾ ਸਾਹਿਬ ਬਿਹਾਰ ਦੇ ਵਿੱਚ ਆ, ਜਿੱਥੇ ਅੱਜ ਤਖਤ ਬਣਿਆ, ਉੱਥੇ ਸਾਲਸਰਾਏ ਦੀ ਕਿਸੇ ਵਕਤ ਹਵੇਲੀ ਹੁੰਦੀ ਸੀ, ਉੱਥੇ ਹੀ ਇਹ ਤਖਤ ਬਣਿਆ। ਬਾਅਦ ਵਿੱਚ ਸਮਾਂ ਪਾ ਕੇ 10ਵੇਂ ਜਾਮੇ ਤੋਂ ਬਾਅਦ ਜਦੋਂ ਸਿੱਖਾਂ ਨੇ ਉਹ ਸਥਾਨ ਜਿਹੜਾ ਪ੍ਰਗਟ ਹੋਇਆ, ਉੱਥੇ ਉਹ ਤਖਤ ਬਣਿਆ ਹੋਇਆ। ਤਾਂ ਉੱਥੇ ਪਹਿਲਾਂ ਉਹਦੀ ਕੋਠੀ ਹੁੰਦੀ ਸੀ। ਤਾਂ ਇਸ ਕਰਕੇ ਗੁਰੂ ਮਹਾਰਾਜ ਐਸੇ ਨੇ, ਆਪਣੇ ਆਪ ਨੂੰ ਸਾਨੂੰ ਕਿਵੇਂ ਆਪਾਂ ਪਛਾਣਨਾ ਵਾ, ਆਪਣੇ ਆਪ ਨਾਲ ਕਿਵੇਂ ਅਸੀਂ ਬੈਠਣਾ ਹੈ, ਇਹ ਗੁਰੂ ਸਾਹਿਬ ਜੀ ਦੱਸਦੇ ਨੇ। ਸੋ ਅਸੀਂ ਗੁਰਸਿੱਖ ਪਿਆਰਿਓ,
ਗੁਰ ਸੇਵਾ ਤੇ ਸੁਖ ਊਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਣਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਗੁਰੂ ਦੀ ਸੇਵਾ ਕੀ ਹੈ? ਗੁਰੂ ਦਾ ਬਚਨ ਮੰਨਣਾ ਹੀ ਗੁਰੂ ਦੀ ਸੇਵਾ। ਬਰਤਨ ਵੀ ਮਾਂਜ ਲਵੇ ਕੋਈ, ਤੱਪੜ ਵੀ ਝਾੜ ਲਵੇ ਕੋਈ, ਸੇਵਾ ਵੀ ਕਰੀ ਚੱਲੇ ਰੁਮਾਲਾ ਸਾਹਿਬ ਦੀ। ਬਹੁਤ ਸਾਰੀਆਂ ਸੇਵਾਵਾਂ ਨੇ ਗੁਰਦੁਆਰੇ 'ਚ, ਮੁੱਕਦੀਆਂ ਹੀ ਨਹੀਂ ਜੇ ਬੰਦਾ ਕਰਨ ਲੱਗ ਜੇ। ਜੇ ਕਰਨੋਂ ਹਟ ਜਾਈਏ ਰੁਕਦੀਆਂ ਵੀ ਨਹੀਂ ਹੈਗੀਆਂ, ਹੋਰ ਕੋਈ ਆ ਜਾਂਦਾ ਹੈ। ਤਾਂ ਇਸ ਕਰਕੇ ਕਹਿਣ ਦਾ ਭਾਵ ਇਹ ਆ, ਇਹ ਚੀਜ਼ਾਂ ਕਰਕੇ ਸਾਨੂੰ ਅਸਲੀ ਸੇਵਾ ਦੀ ਸਮਝ ਆਉਂਦੀ ਹੈ। ਇਹ ਬੜੀਆਂ ਜ਼ਰੂਰੀ ਨੇ। ਤਾਂ ਇਸ ਕਰਕੇ ਅਸਲੀ ਸੇਵਾ ਗੁਰੂ ਦਾ ਬਚਨ ਮੰਨਣਾ ਹੀ ਆ, ਗੁਰੂ ਨੂੰ ਯਾਦ ਕਰਨਾ ਹੀ ਗੁਰੂ ਦੀ ਸੇਵਾ ਹੈ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਦੀ ਸ਼ਾਨ ਬਹੁਤ ਉੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਗੁਰੂ ਅਮਰਦਾਸ ਜੀ ਬਖਸ਼ ਲੈਣ। ਆਓ ਹੁਣ ਆਪਾਂ ਰਲ ਕੇ ਗੁਰੂ ਨੂੰ ਯਾਦ ਕਰੀਏ, ਐਸੇ ਗੁਰੂ ਤੋਂ ਵਾਰੇ ਵਾਰੇ ਜਾਈਏ, ਟੋਟੇ ਟੋਟੇ ਹੋ ਕੇ ਕੁਰਬਾਨ ਜਾਣਾ ਕਰੀਏ ਜੀ। ਦਿਓ ਸੱਜਣੇ ਅਸੀਸੜੀਆਂ, ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਕਹਿ ਅਰਦਾਸ, ਪਿੰਡ